ਸਕੂਲ ਆ CJS ਉਸ ਸਕੂਲ ਦੇ ਵਿੱਚ ਇੱਕ ਸ਼ੋਕੇਸ ਬਣਾ ਕੇ ਸਿੱਖ ਵਿਦਿਆਰਥੀਆਂ ਦੇ ਲਾਹੇ ਹੋਏ ਕੜੇ ਜਿਹੜੇ ਨੇ ਉਹ ਲਾ ਕੇ ਇੱਕ ਤਰੀਕੇ ਨਾਲ ਪੂਰੀ ਸਿੱਖ ਕੌਮ ਨੂੰ ਲਲਕਾਰਿਆ ਗਿਆ, ਵੰਗਾਰਿਆ ਗਿਆ ਕਿ ਆਹ ਤੁਹਾਡੀ ਕਕਾਰਾਂ ਦੇ ਵਿੱਚ ਜਿਹੜੀ ਗਿਣਤੀ ਆਉਂਦੀ ਆ ਨਾ ਕੜਿਆਂ ਦੀ, ਆਹ ਅਸੀਂ ਲਾ ਕੇ ਟੰਗੇ ਹੋਏ ਆ ਤੇ ਜੇ ਜੁਰਤ ਵਾ, ਜੇ ਹਿੰਮਤ ਆ ਤਾਂ ਗੱਲ ਕਰੋ। ਆ ਅਖੀਰ ਪ੍ਰਿੰਸੀਪਲ ਨੇ ਮਾਫੀ ਵੀ ਮੰਗੀ। ਪ੍ਰਿੰਸੀਪਲ ਤੇ ਬਦਤਮੀਜੀ ਕਰਨ ਵਾਲੇ ਕਲਰਕ ਨੂੰ ਫਾਰਗ ਵੀ ਕੀਤਾ। ਮੈਨੇਜਮੈਂਟ ਨੇ ਵੀ ਮਾਫੀ ਮੰਗੀ। ਲੱਗਦਾ ਇਹ ਹੈਗਾ ਕਿ ਉਹ ਕਿਸੇ ਕਮਿਟਡ ਐਂਟੀ ਸਿੱਖ ਧੜੇ ਨਾਲ, ਕਿਸੇ ਧਿਰ ਨਾਲ, ਕਿਸੇ ਪਲੇਟਫਾਰਮ ਨਾਲ ਜਾਂ ਹਕੂਮਤ ਦੇ ਕਿਸੇ ਇਹੋ ਜਿਹੇ ਕਰਿੰਦੇ ਦੇ ਹੱਥ ਚੋਕਾ ਬਣੀ ਹੋਈ ਆ ਜਿਹਨੇ ਉਹਨੂੰ ਪੂਰਾ ਇਸ ਗੱਲ ਲਈ ਤਿਆਰ ਕੀਤਾ ਹੋਏਗਾ ਕਿ ਵੱਧ ਤੋਂ ਵੱਧ ਤੈਨੂੰ ਨੌਕਰੀ ਤੋਂ ਕੱਢ ਦੇਣਗੇ, ਉਹ ਤੈਨੂੰ ਅਸੀਂ ਰੱਖ ਲਾਂਗੇ, ਪਰ ਇੱਕ ਵਾਰੀ ਸਿੱਖਾਂ ਦੀਆਂ ਚੀਕਾਂ ਪਵਾ। ਸਿੱਖ ਬੱਚਿਆਂ ਨੂੰ ਵੱਡੀ ਉਮਰ ਦੇ ਹੋਣ ਤੱਕ ਕਿਰਪਾਨ ਤੋਂ ਤੇ ਕਕਾਰਾਂ ਤੋਂ ਰਹਿਤ ਕਰਨ ਦੇ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਇੱਕ ਟਾਈਮ ਆਵੇ ਜਦੋਂ 20 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਸਿੱਖ ਬੱਚਾ ਅੰਮ੍ਰਿਤਧਾਰੀ ਨਾ ਹੋਵੇ। ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਕਦੇ ਨਹੀਂ ਸੁਣਿਆ ਵੀ ਉੱਥੇ ਕਿਸੇ ਸਕੂਲ ਦੇ ਵਿੱਚ ਅਧਿਆਪਕਾਂ ਨੇ ਕਿਸੇ ਸਿੱਖ ਬੱਚੇ ਨੂੰ ਕਕਾਰ ਲਾਉਣ ਲਈ ਕਿਹਾ ਹੋਵੇ। ਪੰਜਾਬ ਦੇ ਵਿੱਚ ਕਿਉਂ ਬਿਮਾਰੀ ਪਈ ਹੋਈ ਹੈ? ਜੇਕਰ ਕੋਈ ਬੱਚਾ ਪੰਜਾਬੀ 'ਚ ਗੱਲ ਕਰ ਲਵੇ, ਉਹਦੇ ਗਲ 'ਚ ਫੱਟਾ ਲੈ ਕੇ ਪਾਇਆ ਜਾਂਦਾ ਵੀ ਮੈਂ ਪੰਜਾਬੀ ਬੋਲਦਾ ਹਾਂ, ਜਿਵੇਂ ਇੱਕ ਬਹੁਤ ਵੱਡਾ ਗੁਨਾਹ ਹੋਵੇ। ਤੇ ਉਹਦਾ ਕਹਿੰਦੇ ਸਾਰੇ ਸਕੂਲ 'ਚ ਗੇੜਾ ਕਢਾਉਂਦੇ ਆ ਜਿਹਦੇ ਨਾਲ ਉਹ ਨਿਆਣਾ ਹੀਣਤਾ ਦਾ ਸ਼ਿਕਾਰ ਹੋ ਜਾਵੇ। ਉਹ ਸਿੱਧਾ ਹੀ ਕਹਿ ਰਿਹਾ ਹੈਗਾ ਕਿ ਜੀ ਇੱਥੇ ਅਲਾਉਡ ਨਹੀਂ ਹੈਗੇ, ਪੰਜਾਬੀ ਨਹੀਂ ਅਲਾਉਡ ਸਾਡੇ ਸਕੂਲ 'ਚ। ਹੁਣ ਜੇ ਪੰਜਾਬ ਦੀ ਧਰਤੀ ਉੱਤੇ ਕੜੇ, ਕਕਾਰ, ਪੰਜਾਬੀ ਬੋਲੀ ਅਲਾਉਡ ਨਹੀਂ ਹੈ ਤਾਂ ਹੋਰ ਭਾਈ ਕਿੱਥੇ ਹੋ? ਪੰਜਾਬ ਦੇ ਵਿੱਚ ਇਸ ਵਾਰ ਦੂਜੇ ਸੂਬਿਆਂ ਦੇ ਆਏ ਲੋਕਾਂ ਦੇ ਸਰਪੰਚ, ਲੰਬੜਦਾਰ ਬਣਨਗੇ ਤੇ ਹੌਲੀ ਹੌਲੀ ਪੰਜਾਬ ਦੇ ਵਿੱਚ ਇਹ ਗੱਲ ਵਧੂਗੀ। ਅੰਤ ਉਹ ਦਿਨ ਆਏਗਾ ਜਦੋਂ ਇਹ ਇੱਕ ਬਹੁਤ ਵੱਡੀ ਵਿਪਤਾ ਜਿਹਦਾ ਕੋਈ ਹੱਲ ਉਦੋਂ ਸਾਡੇ ਬੰਦਿਆਂ ਕੋਲ ਨਹੀਂ ਹੋਏਗਾ। ਜਿਨ੍ਹਾਂ ਲੋਕਾਂ ਦੇ ਸਹਾਰੇ ਹੁਣ ਤੱਕ ਸਰਕਾਰ ਚੱਲੀ ਹੈ ਤੇ ਜਿਨ੍ਹਾਂ ਨੇ ਇਹੋ ਜਿਹੇ ਦਿਨ ਪੰਜਾਬ 'ਚ ਲੈ ਕੇ ਆਂਦੇ ਨੇ, ਉਹਨਾਂ ਨੂੰ ਫਾਰਗ ਵੀ ਕੀਤਾ ਜਾ ਰਿਹਾ। ਆ ਬਲਤੇਜ ਪੰਨੂ ਤੇ ਮਨਪ੍ਰੀਤ ਕੌਰ, ਇਹ ਦੋ ਵੱਡੀਆਂ ਪੋਸਟਾਂ ਸੀ, ਇਹ ਦੋਨੇ ਜਾਣੇ ਫਾਰਗ ਕਰ ਦਿੱਤੇ ਗਏ ਆ। ਕੇਜਰੀਵਾਲ ਨੇ ਸਾਰੇ ਭਾਰਤ ਦੇ ਵਿੱਚੋਂ ਆਪ ਦੀ ਪਸੰਦ ਦੇ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਬੰਦੇ ਲੱਭ ਕੇ ਪੰਜਾਬ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ। ਯਕੀਨਨ ਇਹ ਸਾਰੇ ਦੂਜੇ ਸੂਬਿਆਂ ਦੇ ਵੋਟਰ ਇੱਥੇ ਵੱਧ ਤੋਂ ਵੱਧ ਲਿਆ ਕੇ ਵਸਾਉਣ ਦਾ ਪ੍ਰੋਜੈਕਟ ਹੋਰ ਤੇਜ਼ੀ ਨਾਲ ਚਲਾਉਣਗੇ। ਐਂਟੀ ਸਿੱਖ ਮਾਹੌਲ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੂਗੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਜਾਂ ਪੰਥ ਇਸ ਮੌਕੇ ਇੱਕ ਬੜੀ ਜ਼ਬਰਦਸਤ ਲੜਾਈ ਲੜ ਰਹੇ। ਦੁਸ਼ਮਣ ਦੇ ਹਮਲੇ ਜਿਹੜੇ ਨੇ ਉਹ ਕਈ ਦਿਸਦੇ ਹਮਲੇ ਆ, ਕਈ ਦਿਸਦੇ ਨਹੀਂ, ਮਹਿਸੂਸ ਕੀਤੇ ਜਾਣ ਵਾਲੇ ਹਮਲੇ। ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਪਊਗੀ ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਸੱਲੀ ਤੇ ਫਖਰ ਹੋਣਾ ਚਾਹੀਦਾ ਕਿ ਕੌਮ ਨਾ ਤਾਂ ਭੱਜੀ ਆ, ਨਾ ਹੰਭੀ ਆ, ਕੌਮ ਲੜ ਰਹੀ। ਹਰ ਥਾਂ ਦੇ ਉੱਤੇ ਜਦੋਂ ਵੀ ਕਿਤੇ ਕਿਸੇ ਹਮਲੇ ਦੀ, ਕਿਸੇ ਧੱਕੇਸ਼ਾਹੀ ਦੀ, ਕਿਸੇ ਜ਼ੁਲਮ ਦੀ ਖਬਰ ਆਉਂਦੀ ਹੈ, ਨਾਲ ਦੀ ਨਾਲ ਇਹ ਖਬਰ ਸਾਨੂੰ ਜ਼ਰੂਰ ਮਿਲ ਜਾਂਦੀ ਆ ਕਿ ਸਿੱਖਾਂ ਨੇ ਬਰਾਬਰ ਟੱਕਰ ਜਿਹੜੀ ਆ ਉਹ ਦੇ ਦਿੱਤੀ। ਤੋਂ ਅੱਜ ਦੇ ਇਸ ਗੱਲਬਾਤ ਦੇ ਵਿੱਚ, ਇਸ ਚਰਚਾ ਦੇ ਵਿੱਚ ਆਪਾਂ ਇਸੇ ਪੱਖ ਤੋਂ ਚਰਚਾ ਕਰਨੀ ਹੈ। ਅੱਜ ਦੇ ਅਖਬਾਰਾਂ ਦੀਆਂ ਕੁਝ ਖਬਰਾਂ ਨੇ, ਜਿਵੇਂ ਇੱਕ ਜਲੰਧਰ ਦੀ ਖਬਰ ਹੈ, ਉੱਥੇ ਕੋਈ ਸਕੂਲ ਆ CJS, ਉਸ ਸਕੂਲ ਦੇ ਵਿੱਚ, ਪਬਲਿਕ ਸਕੂਲ ਦੇ ਵਿੱਚ ਇੱਕ ਸ਼ੋਕੇਸ ਬਣਾ ਕੇ ਜਿਹਦੇ ਵਿੱਚ ਚੀਜ਼ਾਂ ਟੰਗੀ ਦੀਆਂ ਨੇ
ਉਹਦੇ ਵਿੱਚ ਸਿੱਖ ਵਿਦਿਆਰਥੀਆਂ ਦੇ ਲਾਹੇ ਹੋਏ ਕੜੇ ਜਿਹੜੇ ਨੇ ਉਹ ਲਾ ਕੇ ਇੱਕ ਤਰੀਕੇ ਨਾਲ ਪੂਰੀ ਸਿੱਖ ਕੌਮ ਨੂੰ ਲਲਕਾਰਿਆ ਗਿਆ, ਵੰਗਾਰਿਆ ਗਿਆ ਕਿ ਆਹ ਤੁਹਾਡੀ ਕਕਾਰਾਂ ਦੇ ਵਿੱਚ ਜਿਹੜੀ ਗਿਣਤੀ ਆਉਂਦੀ ਆ ਨਾ ਕੜਿਆਂ ਦੀ, ਆਹ ਅਸੀਂ ਲਾ ਕੇ ਟੰਗੇ ਹੋਏ ਆ, ਤੇ ਜੇ ਜੁਰਤ ਵਾ, ਜੇ ਹਿੰਮਤ ਆ ਤਾਂ ਗੱਲ ਕਰੋ ਆ। ਸੋ ਇਹ ਜਿਹੜਾ ਹਮਲਾ, ਇਹਦੇ ਖਿਲਾਫ ਕੌਮ ਦੇ ਵਿੱਚੋਂ ਆਵਾਜ਼ ਉੱਠਣੀ ਸੁਭਾਵਿਕ ਸੀ। ਜਲੰਧਰ ਦੀਆਂ ਸੰਗਤਾਂ ਪਹੁੰਚੀਆਂ। ਸਕੂਲ ਦੇ ਵਿੱਚ ਬਦਮਾਸ਼ੀ ਵਾਲਾ ਮਾਹੌਲ ਆ, ਗੁੰਡਾਗਰਦੀ ਕਰਦਿਆਂ ਹੋਇਆਂ ਉੱਥੇ ਆਏ ਹੋਏ ਗੁਰਸਿੱਖਾਂ ਨਾਲ ਬਦਸਲੂਕੀ ਵੀ ਕੀਤੀ ਗਈ, ਬਦਕਲਾਮੀ ਵੀ ਕੀਤੀ ਗਈ, ਪਰ ਸਿੰਘ ਡਟੇ ਰਹੇ। ਅੰਮ੍ਰਿਤਸਰ, ਜਲੰਧਰ, ਪਟਿਆਲਾ, ਚੰਡੀਗੜ੍ਹ ਜਾਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਨਿੱਕੀਆਂ ਵੱਡੀਆਂ ਜਥੇਬੰਦੀਆਂ ਬਣਾ ਕੇ ਇਹ ਜਿਹੜੇ ਸਿੰਘ ਸਰਗਰਮ ਆ, ਇਹ ਕਈ ਵਾਰ ਬਹੁਤ ਹੀ ਵਧੀਆ ਲੜਾਈ ਲੜਦੇ ਆ ਤੇ ਗੱਲ ਸਿਰੇ ਵੀ ਲੱਗਦੀ ਆ। ਇਹੀ ਕੁਝ ਜਲੰਧਰ ਵਾਲੇ ਘਟਨਾਕ੍ਰਮ 'ਚ ਵਾਪਰਿਆ ਤੇ ਅਖੀਰ ਪ੍ਰਿੰਸੀਪਲ ਨੇ ਮਾਫੀ ਵੀ ਮੰਗੀ। ਪ੍ਰਿੰਸੀਪਲ ਤੇ ਬਦਤਮੀਜ਼ੀ ਕਰਨ ਵਾਲੇ ਕਲਰਕ ਨੂੰ ਫਾਰਗ ਵੀ ਕੀਤਾ। ਮੈਨੇਜਮੈਂਟ ਨੇ ਵੀ ਮਾਫੀ ਮੰਗੀ। ਸਭ ਤੋਂ ਜਿਹੜੀ ਇਸ ਸਾਰੇ ਗੱਲਬਾਤ ਦੇ ਵਿੱਚ ਨਿਬੇੜਾ ਕਰਨ ਮੌਕੇ ਵਧੀਆ ਗੱਲ ਲੱਗੀ ਕਿ ਜਿਹੜੇ ਕੜੇ ਲਾ ਕੇ ਉੱਥੇ ਟੰਗੇ ਹੋਏ ਸੀ, ਉਹ ਸਾਰੇ ਉਸੇ ਪ੍ਰਿੰਸੀਪਲ ਤੋਂ ਸਿੱਖ ਬੱਚਿਆਂ ਦੀਆਂ ਬਾਹਾਂ 'ਚ, ਹੱਥਾਂ 'ਚ ਉਹ ਕੜੇ ਜਿਹੜੇ ਸੀ ਪਵਾਏ ਗਏ। ਉਹ ਜਦੋਂ ਨਾਲ ਦੀ ਨਾਲ ਸੋਸ਼ਲ ਮੀਡੀਆ ਉੱਤੇ ਲਾਈਵ ਵਿੱਚ ਚੱਲ ਰਿਹਾ ਸੀ, ਉਸ ਪ੍ਰਿੰਸੀਪਲ ਦੇ ਚਿਹਰੇ ਮੋਹਰੇ ਤੋਂ, ਉਹਦੀ ਬਾਡੀ ਲੈਂਗੁਏਜ ਤੋਂ ਬਿਲਕੁਲ ਨਹੀਂ ਸੀ ਜਾਪਦਾ ਕਿ ਉਹਨੂੰ ਆਪਦੀ ਹਰਕਤ ਦਾ ਕੋਈ ਅਫਸੋਸ ਆ ਜਾਂ ਉਹਨੂੰ ਸ਼ਰਮ ਆਉਂਦੀ ਆ। ਤੇ ਉਹ ਭਾਵੇਂ ਮੂੰਹ ਤੋਂ ਕਹਿ ਰਹੀ ਸੀ ਕਿ ਮੈਂ ਅੱਗੇ ਤੋਂ ਇਹੋ ਜਿਹੀ ਹਰਕਤ ਨਹੀਂ ਕਰੂੰ, ਭਾਵੇਂ ਉਹਨੂੰ ਨੌਕਰੀ ਤੋਂ ਵੀ ਫਾਰਗ ਹੋਣਾ ਪੈ ਗਿਆ, ਪਰ ਲੱਗਦਾ ਇਹ ਹੈਗਾ ਕਿ ਉਹ ਕਿਸੇ ਕਮਿਟਡ ਐਂਟੀ ਸਿੱਖ ਧੜੇ ਨਾਲ, ਕਿਸੇ ਧਿਰ ਨਾਲ, ਕਿਸੇ ਪਲੇਟਫਾਰਮ ਨਾਲ ਜਾਂ ਹਕੂਮਤ ਦੇ ਕਿਸੇ ਇਹੋ ਜਿਹੇ ਕਰਿੰਦੇ ਦੇ ਹੱਥ ਟੋਕਾ ਬਣੀ ਹੋਈ ਆ, ਜਿਹਨੇ ਉਹਨੂੰ ਪੂਰਾ ਇਸ ਗੱਲ ਲਈ ਤਿਆਰ ਕੀਤਾ ਹੋਏਗਾ ਕਿ ਵੱਧ ਤੋਂ ਵੱਧ ਤੈਨੂੰ ਨੌਕਰੀ ਤੋਂ ਕੱਢ ਦੇਣਗੇ, ਉਹ ਤੈਨੂੰ ਅਸੀਂ ਰੱਖ ਲਾਂਗੇ, ਪਰ ਇੱਕ ਵਾਰੀ ਸਿੱਖਾਂ ਦੀਆਂ ਚੀਕਾਂ ਪਵਾ ਦੇ। ਜਿੱਥੇ ਇਸ ਮਸਲੇ ਨੂੰ ਉਭਾਰਨ ਵਾਲੇ ਸਿੱਖ ਵਿਦਿਆਰਥੀ ਜਿਹੜੇ ਬੱਚੇ ਆ, ਉਹ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਆਪਦੇ ਕਕਾਰਾਂ ਦੀ ਬੇਅਦਬੀ ਸਹਾਰੀ ਨਹੀਂ। ਜਿੱਥੇ ਇਸ ਲੜਾਈ ਨੂੰ ਲੜਨ ਵਾਲੇ ਇਹ ਯੋਧੇ, ਇਹ ਸੂਰਮੇ, ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਕੂਲ ਦੇ ਵਿੱਚ ਜਾ ਕੇ ਇਹ ਮਸਲਾ ਨਜਿੱਠਿਆ, ਇਹ ਵਧਾਈ ਦੇ ਪਾਤਰ ਨੇ। ਉੱਥੇ ਜਿਹੜੀ ਮੈਨੇਜਮੈਂਟ ਆ, ਉਹਦੇ ਉੱਤੇ ਤਰਸ ਆਉਂਦਾ ਕਿ ਉਹ ਕਹਿੰਦੇ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਅਖੀਰ ਉਹਨਾਂ ਨੇ ਮਾਫੀ ਵੀ ਮੰਗ ਲਈ। ਹੋ ਸਕਦਾ ਖਹਿੜਾ ਛੁਡਾਉਣ ਲਈ ਗੱਲ ਕੀਤੀ ਹੋਵੇ, ਪਰ ਜਿਵੇਂ ਵੀ ਹੈ, ਖਾਲਸਾ ਪੰਥ ਨੂੰ ਤਸੱਲੀ ਆ ਕਿ ਜੇਕਰ ਦੁਸ਼ਮਣ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਤਾਂ ਸਾਡੀ ਕੌਮ ਆਪਦੇ ਫਰਜ਼ ਨਿਭਾਉਣੇ ਚੰਗੀ ਤਰ੍ਹਾਂ ਜਾਣਦੀ ਹੈ। ਇਹ ਗੱਲ ਕਈ ਸਾਡੇ ਭਰਾਵਾਂ ਨੂੰ, ਜਿਨ੍ਹਾਂ ਦੇ ਉੱਤੇ ਭਾਰਤੀ ਮੀਡੀਆ ਦਾ ਅਸਰ ਵਾ, ਜਿਨ੍ਹਾਂ ਦੇ ਉੱਤੇ ਭਾਰਤੀ ਹਕੂਮਤ ਦੀਆਂ ਕਰਤੂਤਾਂ ਦਾ ਅਸਰ ਆ, ਉਹਨਾਂ ਨੂੰ ਲੱਗਦਾ, ਉਹ ਕਈ ਕਹਿੰਦੇ ਵੀ ਨੇ ਕਿ ਜੀ ਕਈ ਜਿਹੜੇ ਕੜੇ ਨੇ ਬੱਚੇ ਭਾਰੇ ਪਾ ਕੇ ਆਉਂਦੇ, ਤੇ ਜਦੋਂ ਲੜਾਈ ਹੋ ਪਵੇ, ਵਿਦਿਆਰਥੀ ਬੱਚੇ ਲੜ ਪੈਣ ਤਾਂ ਫਿਰ ਸਿਰ ਪਾੜ ਦਿੰਦੇ। ਹੁਣ ਇਹ ਗੱਲ ਕਹਿ ਕੇ ਜਿਹੜੀ ਉਹ ਖੁੱਲ ਲੈਣ ਨੂੰ ਫਿਰਦੇ ਆ, ਉਹਦੇ ਤੋਂ ਸਾਡੇ ਭਰਾ ਜਿਹੜੇ ਆ, ਸਾਡੀ ਸਿੱਖ ਕੌਮ ਦੇ ਬੱਚੇ, ਸਿੱਖ ਕੌਮ ਦੇ ਬੰਦੇ, ਇਹ ਭੁੱਲੇ ਫਿਰਦੇ। ਹੁਣ ਇਸ ਮੁਲਕ ਦੇ ਵਿੱਚ, ਭਾਰਤ ਵਿੱਚ, ਕਾਰਾਂ ਨਾਲ, ਮੋਟਰਸਾਈਕਲਾਂ ਨਾਲ, ਸਕੂਟਰਾਂ, ਹੋਰ ਸਾਧਨਾਂ ਨਾਲ ਹਰ ਰੋਜ਼ ਬਹੁਤ ਐਕਸੀਡੈਂਟ ਹੁੰਦੇ ਆ ਤੇ ਬੰਦੇ ਮਰ ਜਾਂਦੇ। ਕੀ ਇਸ ਮੁਲਕ ਨੇ ਸਾਰੇ ਜਿਹੜੇ ਸਾਧਨ ਨੇ, ਸਕੂਟਰ, ਕਾਰਾਂ, ਮੋਟਰਸਾਈਕਲ, ਇਹਨਾਂ ਤੇ ਪਾਬੰਦੀ ਲਾਤੀ ਵੀ ਸੜਕ ਦੇ ਨਾਲ ਕੋਈ ਲੈ ਕੇ ਆਓ, ਇਹਦੇ ਨਾਲ ਐਕਸੀਡੈਂਟ ਹੋ ਜਾਂਦਾ? ਨਹੀਂ, ਇਹਦਾ ਹੱਲ ਕੱਢਿਆ ਗਿਆ ਕਿ ਜੇਕਰ ਐਕਸੀਡੈਂਟ ਹੋਵੇ, ਜੇ ਕਿਸੇ ਦੀ ਗਲਤੀ ਆ ਤਾਂ ਗਲਤੀ ਵਾਲੇ ਨੂੰ ਸਖਤ ਸਜ਼ਾ ਮਿਲੇ ਤੇ ਗਾਂ ਨੂੰ ਐਕਸੀਡੈਂਟ ਘੱਟ ਹੋਵੇ। ਇਹੋ ਜਿਹੇ ਹੱਲ ਕੀਤੇ ਜਾਂਦੇ ਆ। ਇਸੇ ਕਰਕੇ ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ, ਉਹ ਦੇਣ ਮੌਕੇ ਬੜੀ ਸਖਤ ਪ੍ਰਕਿਰਿਆ ਜਿਹੜੀ ਆ ਹਰ ਮੁਲਕ ਨੇ ਬਣਾਈ ਹੋਈ ਆ। ਤੇ ਜੇ ਡਰਾਈਵਿੰਗ ਲਾਇਸੈਂਸ ਮਿਲ ਵੀ ਗਿਆ, ਉਦੋਂ ਬਾਅਦ ਜੇ ਕੋਈ ਗੜਬੜ ਕਰੇ, ਰੂਲ ਫਾਲੋ ਨਾ ਕਰੇ, ਐਕਸੀਡੈਂਟ ਕਰੇ, ਤਾਂ ਵੀ ਉਹਦੇ ਤੇ। ਸੋ ਇਹ ਇੰਨਾ
ਕਾਨੂੰਨ ਅਨੁਸਾਰ ਕੰਮ ਜਿਹੜਾ ਹੈਗਾ ਉਹ ਕੀਤਾ ਜਾਂਦਾ। ਸੋ ਜੇਕਰ ਕੋਈ ਕੜੇ ਨਾਲ ਕਿਸੇ ਦਾ ਸਿਰ ਪਾੜਦਾ, ਕਾਨੂੰਨ ਅਨੁਸਾਰ ਉੱਤੇ ਕਾਰਵਾਈ ਕਰ ਦੋ। ਜਦੋਂ ਬੱਚੇ ਨੂੰ ਜਦੋਂ ਡਰ ਹੋਊਗਾ ਤਾਂ ਆਪੇ ਹੀ ਉਹ ਕੜਾ ਜਿਹੜਾ ਹੈਗਾ ਉਹ ਮਾਰ ਲੱਗਿਆ ਡਰੂਗਾ, ਜਕੂਗਾ, ਵੀ ਕਾਰਵਾਈ ਹੋ ਜੂ। ਪਰ ਅਗਲੀ ਗੱਲ ਇਹ ਆ ਕਿ ਮੰਨ ਲਓ ਕਿਸੇ ਸਕੂਲ ਦੇ ਵਿੱਚ 5000 ਵਿਦਿਆਰਥੀ ਆ ਤੇ ਉਹਦੇ ਵਿੱਚੋਂ 50 ਕੁ ਬੱਚੇ ਹੋਣਗੇ ਜਿਨ੍ਹਾਂ ਦੇ ਸੁਭਾਅ ਵਿੱਚ ਅੜਵੰਗਪੁਣਾ ਜਾਂ ਲੜਨ ਭਿੜਨ ਵਾਲੇ। ਹੁਣ ਇਹਨਾਂ 50 ਕੁ ਬੱਚਿਆਂ ਦੇ ਕਰਕੇ ਪੂਰੇ 5000 ਨੂੰ ਇਹ ਕਹਿਣਾ ਕਿ ਆਪਦੇ ਧਰਮ ਦਾ ਕਕਾਰ ਤੁਸੀਂ ਲਾ ਕੇ ਆਓ ਜੀ, ਇਹ ਕਿੱਧਰਲੀ ਗੱਲ ਹੈ। ਅਗਲੀ ਗੱਲ, ਜੇ ਕਿਸੇ ਦਾ ਕੜਾ ਤੁਹਾਨੂੰ ਭਾਰਾ ਲੱਗਦਾ ਤਾਂ ਉਹਦੇ ਮਾਪੇ ਆ ਜਿਹੜੇ ਬੱਚਿਆਂ ਦੇ, ਉਹਨਾਂ ਨਾਲ ਗੱਲ ਕਰੋ। ਮਾਪਿਆਂ ਦੇ ਕੋਲੋਂ ਬੱਚਾ ਤਿਆਰ ਹੋ ਕੇ ਸਕੂਲ ਨੂੰ ਆਉਂਦਾ, ਉਹ ਦੇਖਣ ਕਿ ਕਿਹੋ ਜਿਹਾ ਕੜਾ ਉਹਨਾਂ ਨੇ ਪਵਾਉਣਾ। ਜਿਹੜੇ ਮਾਪੇ ਆਪਦੇ ਬੱਚੇ ਨੂੰ ਜੇਕਰ ਉਹ ਬਾਅਦ ਵਿੱਚ ਕਿਸੇ ਚੱਕਰ ਚ ਕਾਨੂੰਨ ਦੇ ਵਿੱਚ ਉਲਝ ਜਾਵੇ, ਉਹਦੇ ਮਗਰ ਉਹਨਾਂ ਨੇ ਆਉਣਾ ਤੇ ਉਹਨਾਂ ਨੂੰ ਪਹਿਲਾਂ ਵੀ ਤਾਂ ਪਤਾ ਹੋਵੇ ਵੀ ਸਾਡਾ ਨਿਆਣਾ ਕਿਹੋ ਜਿਹਾ ਕੜਾ ਪਾਈ ਫਿਰਦਾ। ਤੇ ਜੇ ਉਹਨਾਂ ਦੀ ਮਰਜ਼ੀ ਆ, ਜੇ ਉਹਦੀ ਮਨਜ਼ੂਰੀ ਆ, ਫਿਰ ਉਹਨਾਂ ਨੂੰ ਬਾਅਦ ਵਿੱਚ ਵੀ ਇਹ ਤਕਲੀਫ ਝੱਲਣ ਲੱਗਿਆ ਆਪਣੇ ਆਪ ਨੂੰ ਅਹਿਸਾਸ ਹੋਊਗਾ ਕਿ ਅਸੀਂ ਆਪਦੇ ਨਿਆਣੇ ਨੂੰ, ਆਪਦੇ ਬੱਚੇ ਨੂੰ ਸਹੀ ਮੱਤ ਨਹੀਂ ਦਿੱਤੀ। ਪਰ ਬੱਚਿਆਂ ਦੇ ਮਾਪਿਆਂ ਨੂੰ ਦੱਸੇ ਬਗੈਰ ਅਗਲਿਆਂ ਦੇ ਧਾਰਮਿਕ ਕਕਾਰ ਆ ਜਿਹੜਾ ਕੜਾ, ਉਹਦੇ ਉੱਤੇ ਇਸ ਤਰੀਕੇ ਨਾਲ ਅਟੈਕ ਕਰਨਾ, ਇਹ ਅਸਲ ਵਿੱਚ ਜਿਹੜਾ 5 ਸਦੀਆਂ ਦਾ ਵੈਰ ਆ ਬਾਹਮਣ ਦੇ ਦਿਮਾਗ 'ਚ ਸਿੱਖੀ ਦੇ ਖਿਲਾਫ, ਸਿੱਖ ਕਕਾਰਾਂ ਦੇ ਖਿਲਾਫ, ਇਹ ਉਹਦੇ ਚੋਂ ਕਰਤੂਤਾਂ ਨਿਕਲਦੀ। ਜੇ ਤਾਂ ਮਸਲਾ ਹੋਵੇ ਕਿਸੇ ਸੁਰੱਖਿਆ ਦੇ ਪੱਖ ਤੋਂ ਜਾਂ ਕਿਸੇ ਬੱਚਿਆਂ ਦੇ ਸਿਕਿਉਰਿਟੀ ਦੇ ਪੱਖ ਤੋਂ, ਉਹੋ ਜਿਹਾ ਉਹਦਾ ਹੱਲ ਕੱਢਿਆ ਜਾਵੇ ਜਿਹਦੇ 'ਚ ਸਮਾਜ ਅਤੇ ਬੱਚਿਆਂ ਦੇ ਮਾਪੇ ਸਹਿਮਤ ਕੀਤੇ ਜਾਣ। ਪਰ ਜਦੋਂ ਇੱਕ ਤਰਫਾ ਧੱਕੇਸ਼ਾਹੀ ਨਾਲ ਔਰ ਇਹੋ ਜਿਹੇ ਐਲਾਨ, ਇਹੋ ਜਿਹੇ ਫਰਮਾਨ ਇਤਿਹਾਸ ਵਿੱਚ ਸਿੱਖੀ ਦੇ ਦੁਸ਼ਮਣਾਂ ਨੇ ਬੜੀ ਵੇਰ ਕੀਤੇ। ਜਦੋਂ ਲਖਪਤ ਰਾਏ ਦੇ ਹੱਥ 'ਚ ਕਮਾਂਡ ਆਈ, ਜਦੋਂ ਛੋਟੇ ਘੱਲੂ ਘਾਰੇ ਦਾ ਇਤਿਹਾਸ ਪੜ੍ਹਦੇ ਆ, ਉੱਥੇ ਲਿਖਿਆ ਹੋਇਆ ਮਿਲਦਾ ਕਿ ਉਹਨੇ ਬਹੁਤ ਇਹੋ ਜਿਹੇ ਫਰਮਾਨ ਜਾਰੀ ਕੀਤੇ ਲਾਹੌਰ ਦਰਬਾਰ ਤੋਂ ਕਿ ਸਿੱਖ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਬੜੀ ਵਾਰ ਇਹੋ ਜਿਹੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੁਕਮ ਜਾਰੀ ਕੀਤੇ ਸ਼ਾਹੀ। ਪਰ ਲਖਪਤ ਰਾਏ ਨੇ ਤਾਂ ਇਹ ਵੀ ਕਿਹਾ ਸੀ ਵੀ ਜਿਹੜਾ ਗੁੜ ਅੱਖਰ ਆ ਇਹ ਨਹੀਂ ਵਰਤਣਾ, ਕਿਉਂਕਿ ਇਹਦੇ ਨਾਲ ਗੁਰੂ ਜਾਂ ਗੁਰ ਅੱਖਰ ਚੇਤੇ ਆਉਂਦਾ, ਇਹ ਤੁਸੀਂ ਰੋੜੀ ਅੱਖਰ ਵਰਤਿਆ ਕਰੋ। ਅੱਜ ਵੀ ਕਈ ਜਿਹੜੇ ਪੁਰਾਣੇ ਬੰਦੇ ਆ ਉਹ ਰੋੜੀ ਅੱਖਰ ਵਰਤਦੇ ਆ। ਉਹ ਜਿਹੜਾ ਸਿੱਖੀ ਅਤੇ ਸਿੱਖ ਸ਼ਬਦਾਵਲੀ ਨਾਲ ਜਿਨ੍ਹਾਂ ਦੇ ਮਨ ਵਿੱਚ ਕੜੱਤਣਾ, ਨਫ਼ਰਤ ਆ, ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹੇ ਆ ਤੇ ਕਰਦੇ ਰਹਿਣਗੇ। ਪਰ ਸਿੱਖ ਆਪਦਾ ਫਰਜ਼ ਨਿਭਾਉਣ ਤੋਂ ਨਾ ਭੱਜੇ ਆ ਤੇ ਨਾ ਭੱਜਣਗੇ। ਸਾਨੂੰ ਪਤਾ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ। ਜਿਵੇਂ ਹੁਣ ਕਈ ਥਾਵਾਂ ਦੇ ਉੱਤੇ ਜਿਹੜੇ ਵੱਡੇ ਮੁਕਾਬਲਿਆਂ ਦੇ IAS ਜਾਂ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਜਿਹੜੇ ਟੈਸਟ ਹੁੰਦੇ ਆ, ਉੱਥੇ ਸਿੱਖ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਵੀ ਆਪਦੇ ਕਕਾਰ ਲਾਹੋ, ਕਿਰਪਾਨ ਨਹੀਂ ਪਾ ਕੇ ਆਉਣੀ, ਕੰਘਾ ਨਹੀਂ ਹੋਣਾ ਚਾਹੀਦਾ ਤੇ ਕੜਾ ਨਹੀਂ ਪਾ ਕੇ ਆਉਣ ਦੇਣਾ। ਤੇ ਬਾਅਦ ਵਿੱਚ ਜਦੋਂ ਉਸ ਗੱਲ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ, ਫਿਰ ਉਦੋਂ ਮਾਫੀ ਮੰਗ ਕੇ ਕਹਿੰਦੇ ਜੀ ਨਹੀਂ ਪਾ ਲਓ। ਇਹ ਕਿਉਂ ਕੀਤਾ ਜਾ ਰਿਹਾ? ਜਿਵੇਂ ਇਸ ਸਕੂਲ ਵਾਲੀ ਮੈਨੇਜਮੈਂਟ ਨੇ ਮਾਫੀ ਮੰਗੀ ਆ, ਪ੍ਰਿੰਸੀਪਲ ਨੇ ਮਾਫੀ ਮੰਗੀ ਆ। ਜੇ ਤਾਂ ਇਹ ਗੱਲ ਕੜੇ ਜਾਂ ਕਕਾਰ ਸਾਡੇ ਪੱਕੇ ਹੀ ਗਲਤ ਨੇ ਤਾਂ ਫਿਰ ਭਾਰਤ ਦੇ ਸੰਵਿਧਾਨ 'ਚ, ਕਾਨੂੰਨ 'ਚ ਲਿਖੋ ਵੀ ਕੋਈ ਵੀ ਸਿੱਖ ਕਕਾਰ ਨਹੀਂ ਪਹਿਨ ਸਕਦਾ। ਲਿਖ ਦੋ ਉੱਥੇ, ਫਿਰ ਸਿੱਖ ਹੋ ਜਾ ਹੱਲ ਕਰ ਲੈਣ। ਫਿਰ UNO ਤੱਕ ਸਾਰੇ ਸੰਸਾਰ ਦੇ ਵਿੱਚ ਰਫੜ ਪਵੇ ਵੀ ਕੈਨੇਡਾ, ਅਮਰੀਕਾ ਵਰਗੇ ਮੁਲਕਾਂ 'ਚ ਤਾਂ ਖੁੱਲ੍ਹ ਦਿੱਤੀ ਜਾ ਰਹੀ ਹੈ ਸਿੱਖਾਂ ਨੂੰ ਆਪਦੇ ਕਕਾਰਾਂ ਦੀ, ਉੱਥੇ ਤਾਂ ਕਿਰਪਾਨ ਨੂੰ ਵੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇੱਥੇ ਤੁਸੀਂ ਜਿੱਥੇ ਸਿੱਖ ਧਰਮ ਦਾ ਸਭ ਤੋਂ ਵੱਡਾ ਇੱਥੇ ਹੀ ਜਨਮ ਹੋਇਆ, ਇੱਥੇ ਹੀ ਧਰਮ ਵਧਿਆ ਫੁੱਲਿਆ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇੱਥੇ ਤੁਸੀਂ ਪਾਬੰਦੀਆਂ ਲਾਉਂਦੇ ਹੋ। ਅਸਲ ਵਿੱਚ ਜਿਹੜੀ ਮਨ ਵਿੱਚ ਇੱਕ ਈਰਖਾ, ਇੱਕ ਕੜੱਤਣ, ਇੱਕ ਨਫ਼ਰਤ ਆ ਸਿੱਖੀ ਖਿਲਾਫ, ਉਹਦੇ ਕਰਕੇ ਇਹ ਸਾਰਾ ਕੁਝ ਹੁੰਦਾ ਹੈ ਕਿ ਜਿਹੜੇ ਵੱਡੇ ਇਮਤਿਹਾਨਾਂ ਦੇ ਵਿੱਚ ਬੱਚੇ ਜਾਂਦੇ ਆ, ਉਹਨਾਂ ਨੂੰ ਜਦੋਂ ਇਸ ਤਰੀਕੇ ਨਾਲ ਪੇਪਰ ਤੋਂ ਪਹਿਲਾਂ ਡਿਸਟਰਬ ਕਰ ਦਿਆਂਗੇ, ਉਹ ਫਿਰ ਉਹੋ ਜਿਹਾ ਬੱਚੇ ਦਾ ਮਨ ਹੀ ਨਹੀਂ ਲੱਗਦਾ ਜਦੋਂ ਕਿਸੇ ਦੇ। ਕਿਉਂਕਿ ਜਿਹੜਾ ਸਿੱਖ ਵਿਦਿਆਰਥੀ ਆ, ਹਰੇਕ ਧਰਮ ਵਾਲਾ ਬੰਦਾ ਜਦੋਂ ਕਿਸੇ ਪੇਪਰ ਦੀ ਤਿਆਰੀ ਕਰਦਾ ਹੈ ਤਾਂ ਉਹਦੇ ਮਨ ਵਿੱਚ ਆਪਦੇ ਧਰਮ ਪ੍ਰਤੀ ਹੁੰਦਾ। ਹਿੰਦੂ ਆਪਦੇ ਰਹਿਬਰਾਂ ਪੈਗੰਬਰਾਂ ਦੇ ਸਾਹਮਣੇ ਬੇਨਤੀਆਂ ਕਰੂ, ਸਿੱਖ ਬੱਚਾ ਆਪਦੇ ਧਰਮ ਦੇ ਅਨੁਸਾਰ, ਮੁਸਲਮਾਨ ਆਪਦੇ। ਤੋਂ ਜਿਹੜਾ ਸਿੱਖ ਵਿਦਿਆਰਥੀ
हर रोज गुरु साहिबान नूं, आपदे ककारां नूं, आपदे इतिहास नूं, आपदे फलसफे नूं चेते करके हर रोज अरदास बेनतियां करदा। जदों पेपर देण तो 5 मिनट पहला ਉਹਨੂੰ मैंटली तौर ते हरास करांगे, डिस्टर्ब करांगे, ਤਾਂ ਜ਼ਰੂਰੀ ਲਾਜ਼ਮੀ ਤੌਰ ਤੇ ਉਹਦੀ ਆਤਮਾ ਦੇ ਉੱਤੇ ਇੱਕ ਬੋਝ ਜਿਹਾ ਮਹਿਸੂਸ ਹੋਊਗਾ ਕਿ ਮੈਨੂੰ ਕਕਾਰ ਲਾ ਤੇ ਮੇਰੇ ਮੈਂ ਇੱਥੇ ਪੇਪਰ ਦਿੰਨਾ। तो इस तरीके नाल करन पिछे अगलियां दे दिमाग च जिहड़ा गंदा कीड़ा वड़िया होया बाहमण दे ब्राह्मणवाद दे ਉਹ ਇੱਥੇ ਕੰਮ करदा। फिर जे ये गल इन्नी होई गलत आ फिर बाਅਦ ਚ काहतों माफिया जे मंग लैंदे। तो जिवें एक मत दित्ती जा रही आ बई सिखां दे घरां दे विच जदों ये रफड़ां दीयां खबरां जाण, जिवें स्कूलां दे विच निआणिआं दे कोलों कड़े लहाउण दी जां किसी अमरधारी सिख बच्चे नूं किरपान तो रोकण दी जां वड्डे इम्तिहानां दे विच ककार लहाउण दी खबर जदों पहुंचदी आ तां दो तरह दीयां गल्लां वापरन दे आसार बनदे। कई वार तां बच्चे खुद सोचणगे कि आपां वड्डे इम्तिहानां च जाना, आपां अमृत ना छको, क्योंकि उत्थे ककार लाउण लई कहणगे। ते इस गल करके हरेक सिख परिवार दे विच इह सहमति बन जाएगी कि जिवें निआणा कहंदा कल नूं इहने किते वड्डे इम्तिहान च बहना होऊगा, इहनूं अमृत ना छकाओ, जदों कि हर सिख परिवार दे विच अमृत छकना चाहीदा सारिआं नूं। पर बच्चिआं दे मनां विच पहिलां ही अमृत दे खिलाफ एक पक्की वधिया गल पाउण दे भी हां जी तां बहुत चंगी गल आ तुसीं जिहड़ा अमृत नहीं छकाया निआणी। दूजा जां जे वो बच्चा कहे कि नहीं जी तां कोई घरां चों जे उहदे मापिआं चों जां कोई रिश्तेदारी चों जिहड़ा आपदे आप नूं ज़्यादा सियाणा समझदा होवे ਉਹਨੇ मत देण बह जाना बई देखो जी मैं तां इह कहना भी स्कूल दे विच माहौल खराब होऊगा, निआणे ने उत्थे पढ़ना, एवें टीचर इहदे नाल माड़ा विहार करनगे, कल नूं तुसीं ऐ करो भी इहदा कड़ा ही पक्का लहा दो। ते जे कोई किसी दे ककारां उत्ते किरपान ते उहनूं कड़ा ही किरपान ही ला, मतलब कि सिख विद्यार्थियों नूं, सिख बच्चिआं नूं ਵੱਡੀ ਉਮਰ ਦੇ ਹੋਣ ਤੱਕ ਕਿਰਪਾਨ ਤੋਂ ਤੇ ਕਕਾਰਾਂ ਤੋਂ ਰਹਿਤ ਕਰਨ ਦੇ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਇੱਕ ਟਾਈਮ ਆਵੇ ਜਦੋਂ 20 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਸਿੱਖ ਬੱਚਾ ਅੰਮ੍ਰਿਤਧਾਰੀ ਨਾ ਹੋਵੇ। ਇਹ ਮਾਹੌਲ ਬਣਾਉਣ ਲਈ ਕਕਾਰਾਂ ਅਤੇ ਹੋਰ ਜਿੰਨੇ ਵੀ ਸਿੱਖੀ ਦੇ ਸਿੰਬਲ ਨੇ, ਪ੍ਰਤੀਕ ਨੇ, ਉਹਨਾਂ ਦੇ ਖਿਲਾਫ ਬੜਾ ਸੂਖਮ तरीके नाल ये माहौल सिरजा जा रहा। इसे पंजाब दे विच पिछले लंबे अरसे तो सिख वसदे आए ने, हुणे 3-4 सालां च की बीमारी पै गई जी कड़ियां दे खिलाफ। इसे भारत दे विच पंजाब तो बाहरले सूबिਆਂ दे विच कदे नहीं सुनिया भी उत्थे किसी स्कूल दे विच अध्यापकां ने किसी सिख बच्चे नूं ककार लाउण लई किहा होवे। पंजाब दे विच क्यों बीमारी पई हुई है? फिर आ 2 साल तो बड़े इम्तिहानां दे विच ककार लहाउण दी जिद फड़ी गई है। ये पहला काहतों नहीं सी? असल विच जदों तो मोदी सरकार आई आ, भागमे ब्रिगेड नूं पैर जे लागे ना, खंभ जे लग गए हुण इन्हां नूं जदों तो मोदी सत्ता होना दूजी बार तीजी बार। तो ये चीज जिहड़ी है हिंदू तवी फासीवादी सोच आ जिहड़ी ਉਹ ਦਿਨੋਂ दिन पंथ ਅਤੇ पंजाब के खिलाफ आपदे दंद तिखे करके हमले कर रही है। पर खालसा पंथ आपदे फर्ज निभाने जानदा ते निभा रहा। और ये गल कोई कली नहीं, इवें दियां घटनावां पंजाब च आम होईयां पईयां। एक मानसा दा रौला चलदा है कि उत्थे स्कूल दे विच सारे जिहड़े पंजाब दे अध्यापक ने वो कड्ढे जा रहे ने ते आंध्रा प्रदेश तो जां दक्षिणी भारत चों लिया के बंदे वसाए जा रहे ने, अध्यापक लाए जा रहे ने। ते ਜਿਹੜੇ ਉਹਨਾਂ ਦੇ ਸਾਰੇ ਵਿਦਿਆਰਥੀ ਨੇ ਉਹ ਸਿੱਖ ਪਰਿਵਾਰਾਂ ਦੇ ਨੇ। ਤੇ ਉੱਥੇ ਕਹਿੰਦੇ ਜੇਕਰ ਕੋਈ ਬੱਚਾ ਪੰਜਾਬੀ 'ਚ ਗੱਲ ਕਰ ਲਵੇ ਉਹਦੇ ਗਲ 'ਚ ਫੱਟਾ ਲੈ ਕੇ ਪਾਇਆ ਜਾਂਦਾ ਵੀ ਮੈਂ ਪੰਜਾਬੀ ਬੋਲਦਾ ਹਾਂ, ਜਿਵੇਂ ਇੱਕ ਬਹੁਤ ਵੱਡਾ ਗੁਨਾਹ ਹੋਵੇ। ਤੇ ਉਹਦਾ ਕਹਿੰਦੇ ਸਾਰੇ ਸਕੂਲ 'ਚ ਗੇੜਾ ਕਢਾਉਂਦੇ ਆ ਜਿਹਦੇ ਨਾਲ ਉਹ ਨਿਆਣਾ ਹੀਣਤਾ ਦਾ ਸ਼ਿਕਾਰ ਹੋ ਜਾਵੇ। ਇਹਦਾ ਰੌਲਾ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪੈਣ ਦੀ ਸੰਭਾਵਨਾ ਹੈ। अजे ये मसला उन्ना ज़्यादा अगे वधिया नहीं, पर जिन्ना कि इहदे बारे सुनिया मन बड़ा खराब होया। ते ये गल पक्की आ भी मानसा दे इस स्कूल दे खिलाफ
ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਜਿਹੜਾ ਉੱਥੇ ਮੇਨ ਤੌਰ ਤੇ ਬੰਦਾ ਗੱਲ ਕਰ ਰਿਹਾ ਸੀ ਉਹ ਸਿੱਧਾ ਹੀ ਕਹਿ ਰਿਹਾ ਹੈਗਾ ਕਿ ਜੀ ਇੱਥੇ ਅਲਾਉਡ ਨਹੀਂ ਹੈਗੇ, ਪੰਜਾਬੀ ਨਹੀਂ ਅਲਾਉਡ ਸਾਡੇ ਸਕੂਲ 'ਚ, ਹਿੰਦੀ ਇੰਗਲਿਸ਼ 'ਚ ਰਲਾ ਕੇ ਜਿਵੇਂ ਸਾਊਥ ਇੰਡੀਅਨ ਬੋਲਦੇ ਆ ਉਵੇਂ ਬੋਲ ਰਿਹਾ। ਹੁਣ ਜੇ ਪੰਜਾਬ ਦੀ ਧਰਤੀ ਉੱਤੇ ਕੜੇ ਕਕਾਰ ਪੰਜਾਬੀ ਬੋਲੀ ਅਲਾਉਡ ਨਹੀਂ ਹੈ ਤਾਂ ਹੋਰ ਭਾਈ ਕਿੱਥੇ ਹੋਊ? ਬਾਹਰ ਤਾਂ ਸਾਡੇ ਕਕਾਰਾਂ ਨੂੰ, ਸਾਡੀ ਬੋਲੀ ਨੂੰ ਮਾਣ ਸਤਿਕਾਰ ਮਿਲ ਰਿਹਾ, ਇੱਥੇ ਪੰਜਾਬ ਦੇ ਵਿੱਚ ਧੜੱਲੇ ਨਾਲ ਪੂਰਾ ਠੋਕ ਵਜਾ ਕੇ ਵਿਦਿਅਕ ਅਦਾਰਿਆਂ ਰਾਹੀਂ ਇਹ ਮਾਹੌਲ ਸਿਰਜਿਆ ਜਾ ਰਿਹਾ ਕਿ ਜਿਹੜੇ ਬੱਚੇ ਨੇ ਉਹ ਸਾਰੇ ਪੰਜਾਬੀ ਬੋਲਣੋਂ ਹਟ ਜਾਣ ਤੇ ਆਪਦੇ ਧਾਰਮਿਕ ਚਿੰਨ੍ਹਾਂ ਤੋਂ ਰਹਿਤ ਹੋ ਜਾਣ। ਜਾਣੀ ਕਿ ਇੱਕ ਵਕਤ ਆਵੇ ਜਦੋਂ ਪੰਜਾਬ ਦੇ ਵਿੱਚ ਕੋਈ ਪੰਜਾਬੀ ਬੋਲਣ ਵਾਲਾ ਨਾ ਹੋਵੇ ਤੇ ਕਕਾਰਾਂ ਤੋਂ ਹੋਰ ਇਹਦੇ ਚੋਂ ਕੀ ਸਮਝ ਆਉਂਦੀ ਆ? ਜਿਹੜੇ ਮੂਰਖਾਂ ਨੂੰ, ਉਜੱਡਾਂ ਨੂੰ ਅਜੇ ਵੀ ਨਹੀਂ ਸਮਝ ਆਉਂਦਾ ਕਿ ਉਹ ਚਾਹੁੰਦੇ ਕੀ ਨੇ। ਇਹ ਹਮਲੇ, ਇਹ ਗੱਲਾਂ ਕੋਈ ਨਿੱਕੀ ਮੋਟੀ ਚਾਲ ਨਹੀਂ ਹੈ, ਇਹ ਬੜੇ ਵੱਡੇ ਇਹਦੇ ਰਿਜ਼ਲਟ ਨਿਕਲਣੇ। ਇਵੇਂ ਹੀ ਪੰਜਾਬ ਦੇ ਵਿੱਚ ਗੈਰ ਪੰਜਾਬੀ ਯੂਪੀ ਬਿਹਾਰ ਦੇ ਲੋਕਾਂ ਦੀ ਬੇਅਥਾਹ ਆਬਾਦੀ ਦਾ ਮਸਲਾ, ਜਿਹਦੇ ਬਾਰੇ ਆਪਾਂ ਲੰਮੇ ਅਰਸੇ ਤੋਂ ਚਰਚਾ ਕਰਦੇ ਆ ਰਹੇ ਹਾਂ, ਪਰ ਇਸ ਵਾਰ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਦੌਰਾਨ ਇਹ ਗੱਲ ਹੁਣ ਸਾਰਿਆਂ ਦੇ ਪੱਲੇ ਪੈਣ ਲੱਗ ਪਈ ਆ। ਜਦੋਂ ਜਗਤਪੁਰ ਪਿੰਡ ਜਿਹੜਾ ਚੰਡੀਗੜ੍ਹ ਮੋਹਾਲੀ ਇਲਾਕੇ 'ਚ ਹੈ, ਉੱਥੇ ਇਹ ਮਸਲਾ ਉੱਭਰਿਆ ਕਿ ਯੂਪੀ ਬਿਹਾਰ ਦੇ ਲੋਕਾਂ ਦੀਆਂ ਇੱਕੋ ਕਿਸੇ ਦੇ ਘਰ ਤੇ ਆਪਣੇ ਪੰਜਾਬੀ ਭਰਾ ਦੇ ਐਡਰੈਸ ਤੇ ਕਿਸੇ ਦੇ 150 ਕਿਸੇ ਦੇ 200 ਵੋਟਾਂ ਬਣਾਈਆਂ ਪਈਆਂ। ਪਿੰਡ ਵਾਲਿਆਂ ਦੀ ਵੋਟ ਤਾਂ 400-500 ਰਹਿ ਗਈ ਤੇ 6500 ਤੋਂ ਉੱਪਰ ਵੋਟ ਕਹਿੰਦੇ ਯੂਪੀ ਬਿਹਾਰ ਦੇ ਲੋਕਾਂ ਦੀ ਆ। ਹੁਣ ਪੰਚਾਇਤ ਸਰਪੰਚ ਉਹਨਾਂ ਦਾ ਬਣੂ ਕਿ ਇਹਨਾਂ ਦਾ ਬਣੂ? ਔਰ ਇਹ ਗੱਲ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਚੱਲ ਰਹੀ ਆ, ਇੱਥੋਂ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਦਾ ਵੀ ਮਸਲਾ ਇਹੋ ਜਿਹਾ ਦੱਸਿਆ ਜਾ ਰਿਹਾ। ਹੁਣ ਜਿਹੜੇ ਲੋਕ ਬੀਤੇ ਦੌਰ ਦੇ ਵਿੱਚ ਕਾਮਰੇਡਾਂ ਤੇ ਹਿੰਦੂ ਤਵੀਆਂ ਦੇ ਮਗਰ ਲੱਗ ਕੇ ਪੰਜਾਬ ਦੇ ਵਿੱਚ ਭਈਆਂ ਦੀ ਆਬਾਦੀ ਆਉਣ ਨੂੰ ਵਧੀਆ ਸ਼ਗਨ ਮੰਨਦੇ ਰਹੇ, ਉਹਨਾਂ ਨੂੰ ਹੁਣ ਗੱਲ ਦੀ ਸਮਝ ਆਉਣ ਲੱਗੀ ਆ। ਪਰ ਦੇਖੋ ਕਮਾਲ ਦੀ ਗੱਲ ਕਿ ਜਿੰਨੇ ਆ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਹੋਰ ਸਿਆਸੀ ਭਲਵਾਨ ਨੇ, ਇਹ ਕਿਉਂਕਿ ਭਾਰਤੀ ਮੁੱਖ ਧਾਰਾ ਦੇ ਗੁਲਾਮ ਨੇ, ਇਹਨਾਂ ਸਾਰਿਆਂ ਨੇ ਕਿਸੇ ਨੇ ਵੀ ਇਸ ਕਰਤੂਤ ਦਾ ਵਿਰੋਧ ਨਹੀਂ ਕੀਤਾ ਤੇ ਉਲਟਾ ਪੰਜਾਬ ਦੇ ਵਿੱਚ ਇਸ ਵਾਰ ਦੂਜੇ ਸੂਬਿਆਂ ਦੇ ਆਏ ਲੋਕਾਂ ਦੇ ਸਰਪੰਚ, ਲੰਬੜਦਾਰ ਬਣਨਗੇ ਤੇ ਹੌਲੀ ਹੌਲੀ ਪੰਜਾਬ ਦੇ ਵਿੱਚ ਇਹ ਗੱਲ ਵਧੂਗੀ। ਅੰਤ ਉਹ ਦਿਨ ਆਏਗਾ ਜਦੋਂ ਇਹ ਇੱਕ ਬਹੁਤ ਵੱਡੀ ਵਿਪਤਾ, ਜਿਹਦਾ ਕੋਈ ਹੱਲ ਉਦੋਂ ਸਾਡੇ ਬੰਦਿਆਂ ਕੋਲ ਨਹੀਂ ਹੋਏਗਾ, ਉਹ ਆਏਗੀ। ਇਸ ਵਾਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਦਿਖਦਾ ਸੀ ਕਿ ਸਾਡੇ ਪੱਲੇ ਕੁਝ ਹੈ ਨਹੀਂ ਤੇ ਅਸੀਂ ਲਾਜ਼ਮੀ ਹਾਰ ਜਾਣਾ। ਸੋ ਐਤਕੀ ਗੁੰਡਾਗਰਦੀ, ਬਦਮਾਸ਼ੀ ਧੜੱਲੇ ਨਾਲ ਚੱਲੀ ਆ। ਦੂਜੀਆਂ ਪਾਰਟੀਆਂ ਦੇ ਬਹੁਤ ਸਾਰੇ ਉਮੀਦਵਾਰਾਂ ਨੇ ਕਿਹਾ ਕਿ ਸਾਨੂੰ ਜੀ ਕਾਗਜ਼ ਨਹੀਂ ਭਰਨ ਦਿੱਤੇ। ਬਹੁਤ ਸਾਰੇ ਲੋਕ ਅਦਾਲਤਾਂ 'ਚ ਧੱਕੇ ਖਾ ਰਹੇ ਨੇ। 250 ਦੇ ਕਰੀਬ ਤਾਂ ਹਾਈ ਕੋਰਟ ਦੇ ਵਿੱਚੋਂ ਪੰਚਾਇਤਾਂ ਦੀ ਚੋਣ ਉੱਤੇ ਰੋਕ ਲੱਗ ਗਈ ਆ। ਹੋਰ ਵੀ ਰੋਕ ਲੱਗਣ ਦੇ ਆਸਾਰ ਨੇ। ਕਦੇ ਕਦੇ ਤਾਂ ਇਉਂ ਲੱਗਦਾ ਵੀ ਕਿਤੇ ਅਦਾਲਤ ਇਹ ਫੈਸਲਾ ਨਾ ਕਰ ਦੇਵੇ ਵੀ ਪੂਰੀ ਪ੍ਰਕਿਰਿਆ ਹੀ ਪੰਚਾਇਤ ਚੋਣਾਂ ਦੀ ਨਵੇਂ ਸਿਰੋਂ ਸ਼ੁਰੂ ਕਰੋ। ਪਰ ਆਮ ਆਦਮੀ ਪਾਰਟੀ ਜਿਹਦੇ ਬਾਰੇ ਲੋਕ ਕਹਿੰਦੇ ਸੀ ਵੀ ਅਕਾਲੀਆਂ ਨਾਲੋਂ, ਕਾਂਗਰਸੀਆਂ ਨਾਲੋਂ, ਕਾਮਰੇਡਾਂ ਨਾਲੋਂ, ਭਾਜਪਾ ਵਾਲਿਆਂ ਨਾਲੋਂ ਵੈਰੀ ਗੁੱਡ ਵਾ, ਅੱਜ ਉਹਦਾ ਜਿੰਨਾ ਜਲੂਸ ਨਿਕਲਿਆ ਹੋਇਆ, ਜਿੰਨਾ ਧੱਕਾ ਇਸ ਪਾਰਟੀ ਨੇ ਆ ਵੋਟਾਂ ਵੇਲੇ ਕੀਤਾ, ਇਹ ਇੱਕ ਫਾਸੀਵਾਦੀ ਸੋਚ ਵਾਲੀ ਧਿਰ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਆਪਦਾ ਆਧਾਰ ਤੇ ਵਕਾਰ ਖਤਮ ਕਰ ਰਹੀ। ਹਰਿਆਣੇ ਦੀਆਂ ਵੋਟਾਂ ਦੇ ਵਿੱਚ ਜਿਸ ਤਰੀਕੇ ਨਾਲ ਸਿਫਰ ਮਿਲੀ ਆ, ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਪਾਰਟੀ ਦਾ ਹਾਲ ਵੀ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਹੀ ਹੋਣ ਦੇ ਆਸਾਰ ਜਾਪਦੇ ਆ। ਜਿਸ ਤਰੀਕੇ ਨਾਲ ਜਿਨ੍ਹਾਂ ਲੋਕਾਂ ਦੇ ਸਹਾਰੇ ਹੁਣ ਤੱਕ ਸਰਕਾਰ ਚੱਲੀ ਆ ਤੇ ਜਿਨ੍ਹਾਂ ਨੇ ਇਹੋ ਜਿਹੇ ਦਿਨ ਪੰਜਾਬ 'ਚ ਲੈ ਕੇ ਆਂਦੇ ਨੇ, ਉਹਨਾਂ ਨੂੰ ਫਾਰਗ ਵੀ ਕੀਤਾ ਜਾ ਰਿਹਾ। ਬਲਤੇਜ ਪੰਨੂ ਤੇ ਮਨਪ੍ਰੀਤ ਕੌਰ, ਇਹ ਦੋ ਵੱਡੀਆਂ ਪੋਸਟਾਂ ਸੀ, ਇਹ ਦੋਨੇ ਜਾਣੇ ਫਾਰਗ ਕਰ ਦਿੱਤੇ ਗਏ ਆ। ਬਲਤੇਜ ਪੰਨੂ ਉਹੀ ਬੰਦਾ ਹੈ ਜਿਹਨੇ
सिद्धू मूसेवाले दे कतल तो पहला सारे पंजाब दे उन्हां लोकां दी लिस्ट जारी कीती सी जिन्हां तो सरकार ने सुरक्षा वापस लई सी ते उस गल दा नुकसान ये होया कि सिद्धू मूसेवाले दे कातलां नूं एक तरीके नाल सुखाला हो गया कि हुण उहदे कोले सिक्योरिटी घट वा। सो बलतेज पन्नू जिहड़ा है वो होर भी कई विवादां च लोकां दे आलोचना दा शिकार बनिया रहिंदा ते उदों हुण जिहड़ी अगली गल आ वो साफ आ कि केजरीवाल ने सारे भारत दे विचों आप दी पसंद दे यूपी बिहार ते होरनां सूबियां दे बंदे लभ के पंजाब दे विच लाउणे शुरू कीते हुए ने। दूजे सूबियां दे जिहड़े एक KAP सिन्हा मुख सकत्तर लाया वो भी कोई आउटसाइडर वा, वो पंजाब दी वो सारी अफसरशाही नूं दवल्लेगा ते यकीनन ये जिहड़े बाहरों धाड़ आके इत्थे बह गई आ अफसरशाही बन के जिन्हें सरकार चलाउणी आ, यकीनन ये सारे दूजे सूबियां दे वोटर इत्थे वध तो वध लिया के वसाउण दा प्रोजैक्ट होर तेजी नाल चलाउणगे। एंटी सिख माहौल नूं होर ज्यादा मजबूती मिलूगी। एंटी पंजाब ते एंटी पंजाबी इस वर्तारे दा होर ज्यादा बोलबाला होएगा क्योंकि हुण तां सरकार दे विच वो लोग आ रहे ने जिन्हां दा पंजाबी नाल जां पंथ नाल सिद्धा विरोध है, जिन्हां दे सरोकार दिल्ली नाल हिंदी हिंदू हिंदुस्तान दे नाल जुड़े हुए ने। ये जिहड़ा सारा कुछ वापर रहा इहदा बेशक केजरीवाल दी आम आदमी पार्टी नूं आउण वालियां समय दे विच सियासी तौर ते नुकसान होवे, पर जिस तरीके नाल ये सारे कासे दा नुकसान इस मौके पंजाब नूं हो रहा क्योंकि धड़ा-धड़ पंजाब दीयां सारियां सरकारी नौकरियां दे उत्ते दूजे सूबियां दे लोकां दा कब्जा करवाया जा रहा। साडे जिहड़े पंजाब दे आर्थिक राजनीतिक धार्मिक समाजिक सभ्याचारक सरोकार ने उन्हां दे उत्ते बहुत बड़ा हमला जिहड़ा है वो कीता जा रहा। कुल मिला के पंजाब जिहड़ा हैगा उहनूं एक हनेरी गुफा वल नूं धक्किया जा रहा और ये सारा कुछ इस करके कि इत्थे पंथ बसदा, पग्गां दाड़े वाले बसदे आ, पंजाब दी बखरी होंद हस्ती है जिहड़ी वो खत्म करनी। तो 1966 विच जिहड़ा पंजाबी सूबा बनिया सी जिहदे बारे अपने बजुर्ग कहंदे सी एडियां कुर्बानियां करके असी सिख बहु गिणती वाला पंजाबी बोली बोलण वालियां दा खिता होंद विच ले आंदा, हुण ओहदा भोग पाउण दे लई मुकम्मल तौर ते एक रणनीति बना के यतन हो रहे ने कि ना ये सिख बहु गिणती वाला सूबा रहे, ना ये अमृतधारी सिखां दा सूबा रहे, ना ये पंजाबी बोलण वालियां दा सूबा रहे। इस प्रोजेक्ट दे उत्ते आम आदमी पार्टी दी सरकार पूरा गड्ड के पहरा दे रही है, नहीं किसी दी जुरत की पै जे कड़ियां दे उत्ते जां ककारां दे उत्ते जां पंजाबी बोली उत्ते पाबंदियां लाउण दी। इस माहौल दे विच जिहड़ी साडी कौम दी जवानी ने इन्हां मसलियां दे उत्ते पैर गड्ड के लड़ाई लड़नी सी, उन्हां नूं आपस विच ही लड़ाउण लई कतलो गारद वाला माहौल सिरजण लई बहुत कुछ किया जा रहा। कल आपां भाई गुरप्रीत सिंह पिंड हरीनौ दी कतल दी चर्चा करदे सां, अज सारा दिन सोशल मीडिया ते उहदे बारे गल हुंदी रही है। आपस विच ही इल्जाम तराशी भी बड़े जोरां ते है। कुछ सज्जण जिहड़े भाई अमरतपाल सिंह दे समर्थक विदेशां च बैठे है उन्हां दे खिलाफ बड़ा कुछ लिखिया बोलिया जा रहा, पर यह कतल चाहे किसी गैंगस्टर ने कीता है, चाहे किसी सियासी रंजिश के तहत होया, चाहे किसी भी होर कारण करके होया, एक मां दा पुत मरिया, एक पंथक सेवादार मरिया, उस कतल दी असल दोषी इंडियन स्टेट आ जिन्हें इस तो पहला हजारां सिख जिहड़े आ वो साडे मारे आ, शहीद कीते आ। सो इस कतल की भी सारी गलबात आने वाले दिनों च स्पष्ट सामने आ जानी है, किने कराया किवें होया। पर साडी कौम की नौजवान पीढ़ी नूं असीं जरूर बेनती करते हैं कि दुश्मन दे
हथ विच ना खेडो, अपनी ताकत अपनी समर्था अपनी शक्ति पंथ दे हित विच वरतो ते उन्हां साजिशां नूं फेल कर दिओ जिन्हां साजिशां दा नुकसान साडे भाईचारे नूं होना। दुश्मन चाहेगा कि लांबू लाए जाण, खाना जंगी होवे, कतलोगारद होवे, पर आपां इस ट्रैप तो बचीए। हुण जिवें भाई गुरप्रीत सिंह हरीनौं है, अज रतेश लक्की ने आपदी एक जिस तरीके नाल चर्चा दौरान उहदे बारे दस्सिया, सानूं उहदे बारे इह तो ज़्यादा पता है। उस नौजवान दे सुभाਅ बारे जां गल्लां बारे जां उहदी अड़वंगपुणे बारे छड्डो, इहो ਜਿਹੇ ਬੰਦੇ ਉਹ कुछ कर सकते आ भी जदों डेरा सरसा दे नाल खालसा पंथ दा भेड़ पिया, जदों बरगाड़ी मोर्चा जिहड़ा लग्या जां कोटकपूरे गोली कांड जां जिहड़ा भाई सुखराज सिंह ने बहबल च बाद च मोर्चा लाया, ये सारे जिहड़ी उस इलाके दे सिख ने उन्हां नूं पुछ के देखो कि बरगाड़ी कांड नाल जां गुरु ग्रंथ साहिब दी बेअदबी नाल संबंधित जिन्नी भी सरगर्मी है उहदे विच गुरप्रीत सिंह हरीनौं दा एक बहुत वड्डा आप दा निजी रोल है। घर दे काम कार करन उपरंत ये बंदा ठा देने उत्थे पहुंचदा सी, पैर गड्ड के लड़ाई लड़दा सी। जदों भाई ध्यान सिंह मंड वाला मोर्चा भी फ्रूटफुल साबित नहीं होया, उस तो बाद विच इन्हां ने भाई सुखराज सिंह बहबल कलां दे नाल रल के मोर्चा फिर ला लिया। उत्थे कदे कोई लीडर आम आदमी पार्टी दा गया, कदे कोई गया। ये सब नाल गह गडमी गल धड़ल्ले नाल करदे कराउंदे रहे। इस सारे कासे तो आपां एक स्थिति समझो कि डेरा प्रेमी किन्ने दुखी होणगे इस गुरप्रीत सिंह हरीनौं अते इहदे साथियां तो कि ये हटदे ही नहीं हैगे। ये डेरा सरसा दे वल्लों बेअदबी करके पंजाब नूं उस मौके लांबू लाउण दे उस सारे प्रोग्राम नूं लोकां दे विच चर्चा विच रखदे, ये कोई ना कोई प्रोग्राम बना ही रखदे। सो डेरा सरसे वालियां दे डेरा प्रेमियां दे निशाने ते ये नौजवान, फिर जिहड़े बुच्चड़ पुलसियां ने उस मौके जुल्म किया, जिन्हां खिलाफ कार्रवाई की मंग बरगाड़ी मोर्चे च हुंदी रही, बहबल मोर्चे च हुंदी रही, जिन्हां मोर्चों दे विच हरीनौं मोहरी रहा। सुभाविक गल आ, वो सारे जालम पुलसिए भी बड़े दुखी होणगे कि यह हटदा ही नहीं, टिकदा ही नहीं। फिर वो सियासी भलवान जिन्हां ने इस सारे कासे दा लाहा लेना सी, जिन्हां ने सरसे डेरे नूं पूरी खुल दिती, एक धਿਰ ਉਹ आ, उन्हां नूं भी गुरप्रीत सिंह हरीनौं ते बरगाड़ी बहबल शब्द वरतण वाले हर सिख तो तकलीफ आ। बादल दल वालियां नूं ते आम आदमी पार्टी नूं भी तकलीफ आ। उन्हां नूं इह लगदा आम आदमी पार्टी वालियां नूं कि लोग फिर सानूं अवा तवा बोलदे आ कि जी इन्हां ने इंसाफ नहीं दिता। बरगाड़ी ते बहबल दे मसले जिन्ने ज्यादा बादल दल लई औख पैदा करते हैं, पुलिस लई औख पैदा करते हैं, उन्ने ही ज्यादा आम आदमी पार्टी नूं घेरदे। सो ये सारे हालात दे विच इंनियां धिरां उहदे खिलाफ होण ते भाई दीप सिद्धू दे ये सारे समर्थक नौजवान जदों आपस विच ही बेइतफाकी करके टकराव वाली पाटो धाड़ वाली हालत बन गए, उदों इन्हां दी भी आपस विच ही तकरार हो गई। इस तकरार दरम्यान एक दूजे नूं माड़ा चंगा भी बोल बैठे। अज दी तरीक विच बाकी सारे तत्थ पिछे सुट के यही गल उभारी जानी कि जी ये फलाने ने आओ कहा सी तां गल हो गई, नहीं ये गल जचदी नहीं। साडे आम सुभाਅ जदों किसी नाल बिगड़ी होवे आपां ओनूं सब तो सिरे वाली गल कहने हुंदे। सो जिहड़ी हकीकत आ वो सामने आवे, सच्चाई आवे ते जिहड़े भी दोषी ने उन्हां दे खिलाफ कार्रवाई भी होवे, इंसाफ भी मिले। पर
ਜਿਹੜੇ ਇਸ ਗੁਰਪ੍ਰੀਤ ਸਿੰਘ ਹਰੀਨੌ ਵਾਲੇ ਘਟਨਾਕ੍ਰਮ ਨਾਲ ਸੰਬੰਧਿਤ ਲੋਕ ਨੇ, ਉਹ ਜਿੱਥੇ ਦੀਪ ਸਿੱਧੂ ਦੇ ਸਮੁੱਚੇ ਵਰਤਾਰੇ ਨੂੰ ਸਮਝਦੇ ਆ, ਉੱਥੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਕਿ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਦੋਂ ਦੀਪ ਸਿੱਧੂ ਦੀ ਬੇਹੱਦ ਜ਼ਬਰਦਸਤ ਮੁਖਾਲਫਤ ਹੋ ਰਹੀ ਸੀ, ਉਦੋਂ ਕਿੱਡਾ ਵੱਡਾ ਭੇੜ, ਕਿੱਡੀ ਕੜਤਣ ਵਾਲੀ ਸਥਿਤੀ ਕਾਮਰੇਡਾਂ ਦੇ ਖਿਲਾਫ ਬਣੀ ਸੀ। ਚੇਤੇ ਕਰੋ ਜਦੋਂ ਝੰਡਾ ਝੁਲਾ ਦਿੱਤਾ ਗਿਆ ਲਾਲ ਕਿਲੇ ਤੇ, ਉਸ ਦਿਨ ਜਿਹੜੇ ਰਜਿੰਦਰ ਕਾਮਰੇਡ ਵਰਗੇ ਜਾਂ ਹੋਰ ਬਹੁਤ ਸਾਰਿਆਂ ਨੇ ਕਿੰਨਾ ਜ਼ਿਆਦਾ ਜ਼ਹਿਰ ਉਗਲਿਆ ਸੀ, ਕਿੰਨਾ ਮਾੜਾ ਚੰਗਾ ਬੋਲਿਆ ਸੀ। ਤੇ ਜਦੋਂ ਇਹ ਨੌਜਵਾਨ ਜਿਹੜੇ ਦੀਪ ਸਿੱਧੂ ਨੂੰ ਆਪਣਾ ਹੀਰੋ ਮੰਨਦੇ ਸੀ, ਇਹਨਾਂ ਨੇ ਵਿਰੋਧ ਵਿੱਚ ਗੱਲਾਂ ਕੀਤੀਆਂ, ਤਾਂ ਉਹਨਾਂ ਦਿਨਾਂ ਦੇ ਵਿੱਚ ਲੱਗਦਾ ਸੀ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰ ਗਈ। ਸੋ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜੋ ਪੰਥਕ ਸੋਚ ਨਾਲ ਟਕਰਾਅ ਹੋਇਆ, ਉਹਦੇ ਕਰਕੇ ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਦੇ ਵਿੱਚ ਸ਼ਹੀਦੀ ਹੋਈ, ਕਤਲ ਹੋਇਆ, ਉਦੋਂ ਵੀ ਇਹ ਚਰਚਾ ਛਿੜੀ ਕਿ ਕਿਤੇ ਕਾਮਰੇਡਾਂ ਨੇ ਆਪਦੀ ਕੋਈ ਖੁੰਦਕ ਤਾਂ ਨਹੀਂ ਕੱਢ ਲਈ, ਕਿਉਂਕਿ ਜਿਸ ਤਰੀਕੇ ਨਾਲ ਉਹਦਾ ਟਕਰਾਅ ਹੋਇਆ, ਜਿਸ ਤਰੀਕੇ ਨਾਲ ਆ ਜਿਹੜਾ ਰਜਿੰਦਰ ਕਾਮਰੇਡ ਆ ਜਿੰਨੀ ਭੈੜੀ ਬੋਲੀ ਉਹ ਸਟੇਜ ਤੋਂ ਬੋਲਦਾ ਰਿਹਾ ਵੀ ਇਹ ਗਦਾਰ ਆ, ਇਹਨਾਂ ਨੇ ਪੈਸੇ ਲਏ ਆ, ਇਹਨਾਂ ਨੇ ਇੰਨੇ ਕਰੋੜ ਲਏ ਨੇ, ਉਹ ਚੇਤੇ ਕਰੋ ਗੱਲਾਂ, ਕਿਤੇ ਚੇਤੇ ਤਾਂ ਕਰੋ ਕਦੇ। ਫਿਰ ਇਹ ਗੱਲਾਂ ਦਾ ਦੀਪ ਸਿੱਧੂ ਤੋਂ ਬਾਅਦ ਰਜਿੰਦਰ ਸਿੰਘ ਤੇ ਹੋਰ ਸਾਰਿਆਂ ਨੇ ਜਿਹੜਾ ਉਦੋਂ ਬੋਲਿਆ, ਸਿੱਧਾ ਅਗਲਾ ਸੰਬੰਧ ਕਿਹਦੇ ਨਾਲ ਜੁੜਦਾ? ਗੁਰਪ੍ਰੀਤ ਸਿੰਘ ਹਰੀਨੌ ਵਰਗਿਆਂ ਨੇ। ਇਹਨਾਂ ਨੇ ਵੀ ਬਹੁਤ ਜ਼ਿਆਦਾ ਉਦੋਂ ਵਾਰ ਪ੍ਰਤੀ ਵਾਰ ਇੱਕ ਦੂਜੇ ਤੇ ਕੀਤੇ ਸੀ। ਸੋ ਇੱਕ ਤਾਂ ਇਹ ਨੁਕਤਾ ਕਿ ਕਾਮਰੇਡ ਕਿਸਾਨ ਜਥੇਬੰਦੀਆਂ ਵਾਲਿਆਂ ਦੀ ਜਿਹੜੀ ਆ ਰਜਿੰਦਰ ਕਾਮਰੇਡ ਵਰਗਿਆਂ ਦੀ ਬਿਰਤੀ, ਆਮ ਆਦਮੀ ਪਾਰਟੀ ਤੇ ਆ ਜਿਹੜੇ ਹੈਗੇ ਆ ਬਾਦਲ ਦਲ ਵਾਲੇ, ਪੁਲਿਸ ਵਾਲੇ, ਡੇਰਾ ਸਰਸੇ ਵਾਲੇ, ਤੇ ਇਵੇਂ ਹੀ ਇੰਡੀਅਨ ਸਟੇਟ ਸਿਸਟਮ ਜਿਹੜੇ ਬੜੇ ਦੁਖੀ ਆ ਕਿ ਇਹਨਾਂ ਨੇ ਖਾਲਿਸਤਾਨ ਦਾ ਇੰਨਾ ਵੱਡਾ ਜਿਹੜਾ ਅੰਦੋਲਨ ਆ, ਸੰਘਰਸ਼ ਆ, ਉਹ ਖੜਾ ਕੀਤਾ। ਸੋ ਇੰਨੇ ਜ਼ਿਆਦਾ ਗੁਰਪ੍ਰੀਤ ਸਿੰਘ ਹਰੀਨੌ ਸਮੇਤ ਆ ਜਿੰਨੇ ਨੌਜਵਾਨ ਨੇ ਜਿਹੜੇ ਇਸ ਵੇਲੇ ਐਕਟਿਵ ਨੇ, ਇਹਨਾਂ ਸਾਰਿਆਂ ਦੇ ਉੱਤੇ ਹੀ ਅਗਲਿਆਂ ਦੀ ਔਖ ਆ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਇਹਨਾਂ ਬੱਚਿਆਂ ਦੇ ਨਾਲ, ਇਹਨਾਂ ਨੌਜਵਾਨਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ। ਅੱਜ ਇੱਕ ਬੱਚਾ ਹੱਥੋਂ ਗਿਆ ਸਾਡਾ ਭਰਾ, ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ ਤੇ ਆਪਾਂ ਇਉਂ ਹੀ ਲੜਦੇ ਰਵਾਂਗੇ ਕਿ ਫਲਾਣੇ ਦਾ ਕੰਮ, ਧਮਕਾਨੇ ਦਾ ਕੰਮ। ਇਹਨਾਂ ਨੌਜਵਾਨਾਂ ਨੇ ਬਹੁਤ ਸਾਰੀਆਂ ਗਲਤ ਬਿਆਨੀਆਂ ਵੀ ਕਰਨੀਆਂ ਨੇ, ਬਹੁਤ ਸਾਰੀਆਂ ਸਾਡੇ ਲਈ ਸਮੱਸਿਆਵਾਂ ਵੀ ਖੜੀਆਂ ਕਰਨੀਆਂ ਨੇ। ਜੇ ਆਪਦੇ ਘਰ ਦੇ ਵਿੱਚੋਂ ਕੋਈ ਧੀ ਪੁੱਤ ਕੇ ਕੋਈ ਗਲਤੀ ਕਰਕੇ ਆ ਜੇ, ਉਹਨੂੰ ਆਪਾਂ ਸਦਾ ਲਈ ਫਰਕ ਕਰ ਦਿੰਦੇ, ਉਹਨੂੰ ਗਲਤੀ ਲਈ ਘਊਰਦੇ ਵੀ ਆ, ਸਮਝਾਉਂਦੇ ਵੀ ਆ, ਗਲ ਨਾਲ ਲਾਉਂਦੇ। ਫਿਰ ਉਹਦੀ ਜ਼ਿੰਦਗੀ ਜਿਹੜੀ ਆ ਜਦੋਂ ਵੱਡੀ ਉਮਰ ਹੋ ਜਾਂਦੀ ਆ, ਉਦੋਂ ਉਹ ਬੈਠ ਕੇ ਆਪਦੇ ਆਪ ਉੱਤੇ ਝੂਰਦਾ ਵੀ ਮੈਂ ਗਲਤੀਆਂ ਤਾਂ ਬੜੀਆਂ ਕੀਤੀਆਂ ਪਰ ਮੈਨੂੰ ਪਰਿਵਾਰ ਨੇ। ਇਵੇਂ ਹੀ ਪੰਥ ਇਹਨਾਂ ਦਾ ਪਰਿਵਾਰ ਆ ਇਹਨਾਂ ਬੱਚਿਆਂ ਦਾ। ਸੋ ਜਿਹੜੇ ਅੱਜ ਦੇ ਮਾਹੌਲ ਦੇ ਵਿੱਚ ਆਪਾਂ ਕੋਈ ਇਹੋ ਜਿਹੀ ਹਰਕਤ ਕਰਾਈਏ ਜਿਹਦੇ ਨਾਲ ਦੁਸ਼ਮਣ ਦਾ ਕੰਮ ਮਜ਼ਬੂਤ ਹੁੰਦਾ ਹੋਵੇ, ਉਹ ਗਲਤ ਹੈ। ਜਿਵੇਂ ਜੋਰਾ 10 ਨੰਬਰੀਆ ਫਿਲਮ ਦਾ ਇੱਕ ਸੀਨ ਹੈ, ਜਦੋਂ ਬਹੁਤ ਸਾਰੇ ਸਿਆਸੀ ਲੀਡਰ ਇਕੱਠੇ ਹੋ ਕੇ ਸਿਆਸੀ ਖੇਤਰ ਦੇ ਵਿੱਚ ਉੱਭਰ ਰਹੇ ਐਮਐਲਏ ਦੀ ਚੋਣ ਲੜ ਰਹੇ ਜੋਰੇ ਬਾਰੇ ਡਿਸਾਈਡ ਕਰਨ ਬੈਠਦੇ ਆ ਕਿ ਹੁਣ ਇਹ ਸਾਡੇ ਲਈ ਵਿਪਤਾ ਬਣ ਗਿਆ, ਹੁਣ ਇਹਨੂੰ ਖਤਮ ਕਰਨਾ ਪੈਣਾ, ਮਾਰਨਾ ਪੈਣਾ। ਜਿਵੇਂ ਜੋਰਾ 10 ਨੰਬਰੀਆ ਨਾਮੀ ਕਿਰਦਾਰ ਉਸ ਫਿਲਮ ਦੇ ਵਿੱਚ ਸਿਆਸੀ ਭਲਵਾਨਾਂ ਨੂੰ, ਪੁਲਿਸ ਵਾਲਿਆਂ ਨੂੰ ਤੇ ਹੋਰ ਬਹੁਤ ਸਾਰਿਆਂ ਨੂੰ ਵਿਪਤਾ ਬਣ ਗਿਆ ਸੀ, ਉਵੇਂ ਹੀ ਪੰਥਕ ਪਿੜ ਵਿੱਚ ਇਸ ਮੌਕੇ ਸਰਗਰਮ ਇਹ ਸਿੱਖ ਨੌਜਵਾਨ ਬਹੁਤ ਸਾਰੀਆਂ ਧਿਰਾਂ ਧੜਿਆਂ ਲਈ ਵਿਪਤਾ ਬਣੇ ਹੋਏ ਨੇ। ਤੋ ਆਪੋ ਆਪਣੇ ਤਰੀਕੇ ਨਾਲ, ਕੋਈ ਨਸ਼ਿਆਂ ਦਾ ਸਦਾਗਰ, ਕੋਈ ਹੋਰ ਪਤਾ ਨਹੀਂ ਕਿਹੜਾ। ਸੋ ਇਸ ਗੱਲ ਦੇ ਲਈ ਆਪਾਂ ਬੜੀ ਜ਼ਿੰਮੇਵਾਰੀ ਨਾਲ ਚੱਲੀਏ। ਐਵੇਂ ਹੀ ਕਿਸੇ ਦਾ ਨਾਂ ਲੈ ਕੇ, ਕਿਸੇ ਦੀ ਨਿੱਕੀ ਮੋਟੀ ਗੱਲ ਲਈ
ਕਿਸੇ ਨੂੰ ਗਾਲਾਂ ਕੱਢਣੀਆਂ, ਕਿਸੇ ਨੂੰ ਮਾੜਾ ਬੋਲਣਾ, ਇਹ ਚੰਗੀ ਗੱਲ ਨਹੀਂ ਹੈ। ਇਸ ਨੌਜਵਾਨੀ ਵਿੱਚ ਉਹ ਕਰੰਟ ਵਾ, ਉਹ ਤੱਤ ਵਾ ਕਿ ਪੰਥ ਲਈ ਲੜ ਸਕਦੇ ਆ, ਅੜ ਸਕਦੇ ਆ, ਖੜ ਸਕਦੇ। ਇਹਨਾਂ ਨੂੰ ਸਹੀ ਸੇਧ ਤੇ ਸਹੀ ਸਿਖਲਾਈ ਦੇਣ ਦੀ ਲੋੜ ਹੈ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਤਾ ਨਹੀਂ ਕਿਵੇਂ ਕਿੱਧਰ ਨੂੰ ਗੱਲ ਜਾਣੀ ਹੈ। ਇਹੋ ਜਿਹੀ ਬਿਰਤੀ ਵਾਲੇ ਹੀ ਉਹ ਸੀ ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਕੌਮ ਦੀ ਲੜਾਈ ਲੜੀ ਆ। ਗੜਬੜਾਂ, ਗਲਤੀਆਂ, ਔਗਣ, ਘਾਟਾਂ, ਕਮਜ਼ੋਰੀਆਂ ਸਾਰਿਆਂ 'ਚ ਹੀ ਹੁੰਦੀਆਂ ਨੇ। ਕੋਈ ਵੀ ਇਹੋ ਜਿਹਾ ਨਹੀਂ ਹੋ ਸਕਦਾ ਜਿਹਦੇ ਵਿੱਚ ਕੋਈ ਨੁਕਸ ਹੀ ਨਾ ਹੋਵੇ। ਉਹ ਕੋਈ ਏਕ ਆਦ ਕਬੀਰ ਐਸਾ ਏਕ ਆਦ, ਕੋਈ ਵਿਰਲਾ ਹੀ ਹੁੰਦਾ ਜਿਹਦੇ ਵਿੱਚ ਸਾਰੇ ਹੀ ਪੱਖ ਚੰਗੇ ਹੋਣ। ਸੋ ਇਹਨਾਂ ਨੌਜਵਾਨਾਂ ਦਾ ਜਿਸ ਤਰੀਕੇ ਨਾਲ ਮਾਹੌਲ ਵੱਧਦਾ ਵਿਗੜਨ ਵਾਲੇ ਪਾਸੇ ਨੂੰ ਜਾ ਰਿਹਾ, ਉਹਦੇ ਬਾਰੇ ਪੰਥਕ ਸਭਾ ਦਾ, ਕੌਮੀ ਸੇਵਾਦਾਰਾਂ ਦਾ ਇੱਕ ਬਹੁਤ ਵੱਡੀ ਇਸ ਮੌਕੇ ਭੂਮਿਕਾ ਅਦਾ ਕਰਨ ਦਾ ਵੇਲਾ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਕੌਮ ਲਈ ਲੜਨ ਮਰਨ ਵਾਲੇ ਪੰਥ ਦੇ ਸੇਵਾਦਾਰਾਂ ਦਾ ਵਾਧਾ ਕਰਦਾ ਰਹੇ। ਸਮੱਸਿਆਵਾਂ ਜਿੰਨੀਆਂ ਮਰਜ਼ੀ ਵੱਡੀਆਂ ਆਉਂਦੀਆਂ ਰਹਿਣ, ਪਰ ਪੰਥ ਲਈ, ਕੌਮ ਲਈ ਲੜਨ ਮਰਨ ਵਾਲੇ ਜਿਹੜੇ ਨੇ, ਜੇ ਉਹ ਨੇ ਤਾਂ ਇਹਨਾਂ ਗੱਲਾਂ ਦਾ ਕੋਈ ਬਹੁਤਾ ਫਰਕ ਨਹੀਂ। ਸੋ ਇੱਥੇ ਸਮਾਪਤੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।